ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅਮਨਦੀਪ ਕੌਰ, ਵੋਕੇਸ਼ਨਲ ਟ੍ਰੇਨਰ ਖੇਤੀਬਾੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ। ਪਿਆਰੇ ਬੱਚਿਓ, ਆਪਣੇ ਨਿਊ ਸਿਲੇਬਸ ਅਕੋਰਡਿੰਗ ਤੁਹਾਨੂੰ ਪਤਾ ਹੈ ਕਿ ਜਿਹੜਾ ਆਪਣਾ ਜੌਬ ਰੋਲ ਹੈ ਉਹ ਬਦਲ ਗਿਆ ਹੈ ਅਤੇ ਜਿਹੜਾ ਹੁਣ ਆਪਣਾ ਜੌਬ ਰੋਲ ਹੈ ਉਹ ਡੇਅਰੀ ਵਰਕਰਸ ਤੋਂ ਸੋਲੇਨੇਸ਼ੀਅਸ ਕ੍ਰੌਪ ਕਲਟੀਵੇਟਰ ਹੋ ਚੁੱਕਿਆ ਹੈ। ਤਾਂ ਅੱਜ ਮੈਂ ਤੁਹਾਡੇ ਨਾਲ ਸੋਲੇਨੇਸ਼ੀਅਸ ਕ੍ਰੌਪ ਕਲਟੀਵੇਟਰ ਦੇ 10ਵੀਂ ਕਲਾਸ ਭਾਵ ਲੈਵਲ 2 ਦੇ ਯੂਨਿਟ 3 ਦਾ ਸੈਕਸ਼ਨ ਪਹਿਲਾ ਇੰਟੀਗ੍ਰੇਟਿਡ ਪੈਸਟ ਐਂਡ ਡਿਜ਼ੀਜ਼ ਮੈਨੇਜਮੈਂਟ ਇਨ ਵੈਜੀਟੇਬਲਸ ਤੇ ਡਿਸਕਸ ਕਰਾਂਗੀ। ਪਿਆਰੇ ਬੱਚਿਓ, IPM ਬਾਰੇ ਤੁਸੀਂ ਪਹਿਲਾਂ ਵੀ ਆਪਣੀ 10ਵੀਂ ਕਲਾਸ ਦੇ ਪੁਰਾਣੇ ਸਿਲੇਬਸ ਵਿੱਚ ਪੜ੍ਹ ਚੁੱਕੇ ਹੋ। ਉਸ ਦੇ ਵਿੱਚ ਵੀ ਇਸ ਦਾ ਇੱਕ ਸਪੈਸ਼ਲ ਯੂਨਿਟ ਸੀ। IPM ਤੋਂ ਭਾਵ ਹੈ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ, ਜਿਸ ਨੂੰ ਪੰਜਾਬੀ ਦੇ ਵਿੱਚ ਸੰਗਠਿਤ ਕੀਟ ਪ੍ਰਬੰਧਨ ਜਾਂ ਫਿਰ ਏਕੀਕ੍ਰਿਤ ਕੀਟ ਪ੍ਰਬੰਧਨ ਵੀ ਕਿਹਾ ਜਾਂਦਾ ਹੈ। ਤਾਂ ਆਓ ਪਿਆਰੇ ਬੱਚਿਓ, ਹੁਣ ਡਿਸਕਸ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਇੰਟੀਗ੍ਰੇਟਿਡ ਪੈਸਟ ਐਂਡ ਡਿਜ਼ੀਜ਼ ਮੈਨੇਜਮੈਂਟ ਇਨ ਵੈਜੀਟੇਬਲਸ। ਸਬਜ਼ੀਆਂ ਵਿੱਚ ਸੰਗਠਿਤ ਕੀਟ ਅਤੇ ਬਿਮਾਰੀ ਪ੍ਰਬੰਧਨ। IPM ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਸੰਗਠਿਤ ਕੀਟ ਪ੍ਰਬੰਧਨ। ਅੱਜ ਦੇ ਇਸ ਲੈਸਨ ਦੇ ਵਿੱਚ ਆਪਾਂ ਕੀਟ ਅਤੇ ਬਿਮਾਰੀ ਪ੍ਰਬੰਧਨ ਦੇ ਤਰੀਕਿਆਂ ਬਾਰੇ ਜਾਣਾਂਗੇ। ਪਿਆਰੇ ਬੱਚਿਓ, IPM ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਚਾਹੁੰਦੀ ਹਾਂ ਕਿ IPM ਇੱਕ ਅਜਿਹੀ ਸੰਸਥਾ ਹੈ ਜੋ ਕਿ ਕੀਟਾਂ ਅਤੇ ਬਿਮਾਰੀਆਂ ਦੇ ਕੰਟਰੋਲ 'ਤੇ ਕੰਮ ਕਰਦੀ ਹੈ, ਪਰ ਇਸ ਦੇ ਨਾਲ ਇਹ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਦੀ ਹੈ ਕਿ ਕੈਮੀਕਲ ਦਵਾਈਆਂ, ਰੇਹਾਂ ਸਪਰੇਆਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਅਤੇ ਉਸ ਦੇ ਵਿਰੁੱਧ ਕੁਝ ਅਜਿਹੇ ਤਰੀਕੇ ਅਪਣਾਏ ਜਾਣ ਜਿਸ ਦੀ ਨਾ ਸਿਰਫ ਆਪਣੇ ਵਾਤਾਵਰਣ ਨੂੰ ਬਲਕਿ ਆਪਣੇ ਮਨੁੱਖੀ ਸਰੀਰ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਤਾਂ ਹੁਣ ਆਪਾਂ ਯੂਨਿਟ ਨੰਬਰ 3 ਦੇ ਸੈਕਸ਼ਨ ਪਹਿਲੇ ਦੇ ਤੁਹਾਡੇ ਸਿਲੇਬਸ ਵਿੱਚ ਜਿੰਨੇ ਵੀ ਇੰਪੋਰਟੈਂਟ ਟੌਪਿਕ ਹੈ ਉਹਨਾਂ 'ਤੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਏਕੀਕ੍ਰਿਤ ਕੀਟ ਅਤੇ ਬਿਮਾਰੀ ਪ੍ਰਬੰਧਨ ਤੋਂ ਕੀ ਭਾਵ ਹੈ। ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਕੀਟਾਂ ਅਤੇ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਪ੍ਰਬੰਧਨ ਦੇ ਸਾਰੇ ਤਰੀਕੇ, ਜਿਵੇਂ ਸੱਭਿਆਚਾਰਕ ਤਰੀਕੇ, ਮਸ਼ੀਨੀ ਤਰੀਕੇ, ਜੈਵਿਕ, ਅਤੇ ਜੇਕਰ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਜਿਹੜੇ ਕੀਟ ਹੈ ਉਹਨਾਂ ਦੀ ਵਸੋਂ ਨਹੀਂ ਘਟਦੀ ਤਾਂ ਅੰਤ ਵਿੱਚ ਕੁਝ ਰਸਾਇਣਿਕ ਤਰੀਕਿਆਂ ਨੂੰ ਅਪਣਾਉਣਾ। ਜਿਹੜੇ ਰਸਾਇਣ ਤੁਸੀਂ ਅਪਣਾ ਰਹੇ ਹੋ ਉਹ ਅਜਿਹੀ ਲੀਥਲ ਡੋਜ਼ ਦੇ ਹੋਣ ਜਿਨ੍ਹਾਂ ਦਾ ਆਪਣੇ ਵਾਤਾਵਰਣ 'ਤੇ, ਆਪਣੀ ਫਸਲ ਦੀ ਪੈਦਾਵਾਰ 'ਤੇ ਕੋਈ ਵੀ ਬੁਰਾ ਪ੍ਰਭਾਵ ਨਾ ਪਵੇ। ਇਹਨਾਂ ਤਰੀਕਿਆਂ ਦੀ ਵਰਤੋਂ ਨਾਲ ਨਾ ਸਿਰਫ ਆਰਥਿਕ ਬਲਕਿ ਸਮਾਜਿਕ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਕਿਸਾਨ ਵੀਰਾਂ ਦੁਆਰਾ ਵੱਧ ਤੋਂ ਵੱਧ ਰੇਹਾਂ ਸਪਰੇਆਂ ਦੀ ਵਰਤੋਂ ਕਰਕੇ ਕੀਟਾਂ ਦੀ ਵਸੋਂ ਨੂੰ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਉਸ ਦਾ ਉਲਟ ਪ੍ਰਭਾਵ ਕੀ ਪੈਂਦਾ ਹੈ ਕਿ ਜਿਹੜੀ ਤੁਹਾਡੀ ਫਸਲ ਦੀ ਗੁਣਵੱਤਾ ਹੈ ਉਹ ਖਰਾਬ ਹੋ ਜਾਂਦੀ ਹੈ, ਜਾਂ ਫਿਰ ਜਿਹੜੀਆਂ ਤੁਸੀਂ ਸਬਜ਼ੀਆਂ ਜਾਂ ਫਲਾਂ ਦੀ ਵਰਤੋਂ ਕਰਦੇ ਹੋ ਉਸ ਦੇ ਵਿੱਚ ਤੱਤ ਜੋ ਨੇ, ਜੋ ਤੁਹਾਡੇ ਸਰੀਰ ਲਈ ਜ਼ਰੂਰੀ ਵਿਟਾਮਿਨਸ, ਮਿਨਰਲਸ ਨੇ, ਉਹ ਕੀ ਹੈ, ਖਤਮ ਹੋ ਜਾਂਦੇ ਨੇ। ਅਤੇ ਉਸ ਦੇ ਵਿਰੁੱਧ ਕੀ ਹੈ, ਕੁਛ ਅਜਿਹੇ ਰਸਾਇਣ ਜਾਂ ਫਿਰ ਕੈਮੀਕਲ ਉਸ ਫਰੂਟ ਦੇ ਵਿੱਚ, ਉਸ ਫਲ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਜੋ ਕਿ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਨੇ।
ਇਸ ਲਈ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਇੱਕ ਸੁਰੱਖਿਅਤ ਅਤੇ ਸਿਹਤਮੰਦ ਉਤਪਾਦ ਜੋ ਹੈ ਪੈਦਾ ਕਰ ਸਕਦੇ ਹੋ, ਜੇਕਰ ਤੁਸੀਂ IPM ਦੁਆਰਾ ਜਾਰੀ ਕੀਤੇ ਹੋਏ ਤਰੀਕਿਆਂ ਨੂੰ ਅਪਣਾਉਂਦੇ ਹੋ ਤਾਂ। ਸੰਗਠਿਤ ਕੀਟ ਪ੍ਰਬੰਧਨ ਦੇ ਕੁਝ ਮੁੱਖ ਸਿਧਾਂਤ ਹਨ, ਭਾਵ ਕਿ ਇਸ ਸੰਸਥਾ ਦੁਆਰਾ ਕੁਝ ਗੱਲਾਂ ਜੋ ਨੇ, ਕੁਝ ਸਿਧਾਂਤ ਜੋ ਨੇ ਉਹ ਲਾਗੂ ਕੀਤੇ ਗਏ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਸਲ 'ਤੇ ਹਮਲਾ ਕਰਨ ਵਾਲੇ ਕੀਟਾਂ ਅਤੇ ਬਿਮਾਰੀਆਂ ਦੀ ਪਹਿਚਾਣ ਕਰਨਾ। IPM ਦਾ ਸਭ ਤੋਂ ਪਹਿਲਾ ਸਟੈਪ ਜੋ ਹੈ ਉਹ ਇਹ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਖੇਤ ਦੀ ਇੱਕ ਇੰਸਪੈਕਸ਼ਨ ਜਾਂ ਫਿਰ ਮੋਨੀਟਰਿੰਗ ਕਰਨੀ ਚਾਹੀਦੀ ਹੈ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਖੇਤ ਦੇ ਵਿੱਚ ਕਿਸ ਕੀਟ ਦੀ ਅਤੇ ਕਿਸ ਬਿਮਾਰੀ ਦਾ ਜੋ ਅਟੈਕ ਹੈ ਉਹ ਸਭ ਤੋਂ ਵੱਧ ਹੈ। ਉਹਨਾਂ ਦੀ ਪਹਿਚਾਣ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਕੀਟ ਦਾ ਰਹਿਣ ਸਹਿਣ ਅਤੇ ਖਾਣ ਪੀਣ ਕੀ ਹੈ ਅਤੇ ਉਸ ਦੇ ਜੀਵਨ ਚੱਕਰ ਬਾਰੇ ਜਾਣੋਗੇ। ਜੇਕਰ ਤੁਹਾਨੂੰ ਕਿਸੇ ਵੀ ਕੀਟ ਦਾ ਜਾਂ ਫਿਰ ਬਿਮਾਰੀ ਦਾ ਜੀਵਨ ਚੱਕਰ, ਭਾਵ ਕਿ ਤੁਹਾਨੂੰ ਪਤਾ ਹੋਵੇਗਾ ਕਿ ਉਹ ਕਿਹੜੇ ਮੌਸਮ ਵਿੱਚ ਆਈ ਹੈ ਜਾਂ ਫਿਰ ਉਹ ਫਸਲ ਨੂੰ ਕਿੰਨਾ ਨੁਕਸਾਨ ਕਰ ਰਹੀ ਹੈ, ਉਹ ਜਿਹੜੇ ਆਪਣੇ ਆਂਡੇ ਹੈ ਉਹ ਕਿਸ ਤਰ੍ਹਾਂ ਦੇ ਰਹੀ ਹੈ ਜਾਂ ਫਿਰ ਕਿਹੜੇ ਏਜੰਟ ਹੈ ਜੋ ਉਸ ਬਿਮਾਰੀ ਨੂੰ ਅੱਗੇ ਫੈਲਾ ਰਹੇ ਹਨ, ਭਾਵ ਕਿ ਉਹ ਬਿਮਾਰੀ ਪਾਣੀ ਨਾਲ ਅੱਗੇ ਜਾ ਰਹੀ ਹੈ ਜਾਂ ਹਵਾ ਦੇ ਨਾਲ ਜਿਹੜੇ ਉਸ ਦੇ ਸੂਖਮ ਜੀਵਾਣੂ ਨੇ ਉਹ ਇੱਕ ਫਸਲ ਤੋਂ ਦੂਜੇ ਫਸਲ ਤੱਕ ਜਾਂ ਇੱਕ ਏਰੀਏ ਤੋਂ ਦੂਜੇ ਏਰੀਏ ਤੱਕ ਜਾ ਰਹੇ ਹਨ। ਜੇਕਰ ਤੁਸੀਂ ਇਹਨਾਂ ਤਰੀਕਿਆਂ ਨੂੰ, ਇਹਨਾਂ ਗੱਲਾਂ ਨੂੰ ਜਾਣ ਜਾਓਗੇ ਤਾਂ ਤੁਸੀਂ ਬਹੁਤ ਸੌਖਿਆਂ ਤਰੀਕਿਆਂ ਦੇ ਨਾਲ ਜੋ ਕੀਟ ਜਾਂ ਫਿਰ ਬਿਮਾਰੀ ਹੈ ਉਸ ਦਾ ਆਸਾਨੀ ਨਾਲ ਪ੍ਰਬੰਧਨ ਕਰ ਸਕਦੇ ਹੋ। ਦੂਸਰਾ, ਕੀਟਾਂ ਅਤੇ ਬਿਮਾਰੀਆਂ ਦੇ ਵਾਤਾਵਰਣ ਵਿੱਚ ਮੌਜੂਦ ਕੁਝ ਕੁਦਰਤੀ ਦੁਸ਼ਮਣਾਂ ਨੂੰ ਲੱਭਣਾ ਅਤੇ ਉਹਨਾਂ ਨੂੰ ਕੀਟਾਂ ਦੇ ਖਾਤਮੇ ਲਈ ਉਤਸ਼ਾਹਿਤ ਕਰਨਾ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਬੱਚਿਓ ਕਿ ਪ੍ਰਕਿਰਤੀ ਦਾ ਇਹ ਨਿਯਮ ਹੈ ਕਿ ਹਰ ਇੱਕ ਜਾਨਵਰ ਕਿਸੇ ਦੂਸਰੀ ਚੀਜ਼ 'ਤੇ ਡਿਪੈਂਡ ਕਰਦਾ ਹੈ, ਚਾਹੇ ਉਹ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ ਹੈ, ਆਪਣੇ ਜਿੰਦਾ ਰਹਿਣ ਲਈ। ਉਸੇ ਤਰ੍ਹਾਂ ਆਪਣੀ ਕੁਦਰਤੀ ਦੁਆਰਾ ਵੀ ਇਹਨਾਂ ਕੀਟਾਂ ਨੂੰ ਖਤਮ ਕਰਨ ਲਈ ਕੁਝ ਕੁਦਰਤੀ ਦੁਸ਼ਮਣ ਜੋ ਨੇ ਉਹ ਆਪਣੀ ਕੁਦਰਤ ਦੇ ਵਿੱਚ, ਆਪਣੇ ਆਲੇ ਦੁਆਲੇ ਜਾਂ ਫਿਰ ਵਾਤਾਵਰਣ ਦੇ ਵਿੱਚ ਮੌਜੂਦ ਹੁੰਦੇ ਹਨ। ਤਾਂ ਦੂਸਰਾ ਸਟੈਪ ਕੀ ਹੈ ਕਿ ਉਹਨਾਂ ਕੁਦਰਤੀ ਦੁਸ਼ਮਣਾਂ ਨੂੰ ਲੱਭਣਾ ਅਤੇ ਕੀਟਾਂ ਦੇ ਵਿਰੁੱਧ ਜੋ ਆਪਣੀ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਹਨਾਂ ਦੇ ਖਾਤਮੇ ਲਈ ਉਤਸ਼ਾਹਿਤ ਕਰਨਾ। ਨੈਕਸਟ ਹੈ ਕੁਦਰਤੀ ਦੁਸ਼ਮਣ ਕੀ ਹੁੰਦੇ ਹਨ। ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਸਲਾਈਡ ਵਿੱਚ ਸਮਝਾਇਆ ਹੈ ਕਿ ਆਪਣੇ ਆਲੇ ਦੁਆਲੇ ਵਿੱਚ ਬਹੁਤ ਸਾਰੇ ਕੁਦਰਤੀ ਦੁਸ਼ਮਣ ਜੋ ਹੈ ਉਹ ਕੀਟਾਂ ਦੇ ਪ੍ਰੈਜ਼ੈਂਟ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਕੁਦਰਤੀ ਦੁਸ਼ਮਣ ਕੀ ਹੁੰਦੇ ਹਨ। ਕੁਦਰਤੀ ਦੁਸ਼ਮਣ ਤੋਂ ਭਾਵ ਉਹਨਾਂ ਕੀਟਾਂ, ਪੰਛੀਆਂ, ਪੌਦਿਆਂ ਅਤੇ ਮੌਸਮੀ ਕਾਰਕਾਂ ਤੋਂ ਹੈ ਜਿਹੜੇ ਫਸਲ ਨੂੰ ਸਿੱਧਾ ਨੁਕਸਾਨ ਕਰਨ ਵਾਲੇ ਕੀਟਾਂ ਅਤੇ ਬਿਮਾਰੀ ਫੈਲਾਉਣ ਵਾਲੇ ਕੀਟਾਂ ਜਾਂ ਜੀਵਾਂ ਜਾਂ ਫਿਰ ਸੂਖਮ ਜੀਵਾਂ ਤੋਂ ਪ੍ਰਭਾਵਿਤ ਕਰਦੇ ਹਨ ਜਾਂ ਉਹਨਾਂ ਨੂੰ ਜੜੋਂ ਹੀ ਖਤਮ ਕਰ ਦਿੰਦੇ ਹਨ। ਇਹਨਾਂ ਨੂੰ ਉਤਸ਼ਾਹਿਤ ਕਰਕੇ ਕੀਟਾਂ ਅਤੇ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਿਵੇਂ ਕਿ ਤੁਸੀਂ ਦਿੱਤੀ ਹੋਈ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਤੁਹਾਡੇ ਪਹਿਲੀ ਜੋ ਹੈ ਕੀਟ ਕੁਦਰਤੀ ਦੁਸ਼ਮਣ ਉਹ ਹੈ ਲੇਸਵਿੰਗ, ਜੋ ਕਿ ਤੁਸੀਂ ਆਮ ਆਪਣੇ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਲੇਡੀ ਬਰਡ ਬੀਟਲ। ਇਹ ਵੀ ਆਪਣੇ ਆਮ ਘਰਾਂ ਦੇ ਵਿੱਚ ਬਹੁਤ ਛੋਟੇ ਸਾਈਜ਼ ਦਾ ਔਰੇਂਜ ਕਲਰ ਦਾ ਹੁੰਦਾ ਹੈ ਅਤੇ ਇਸ ਦੇ ਉੱਪਰ ਕੁਝ ਕਾਲੇ ਰੰਗ ਦੇ ਛੋਟੇ ਛੋਟੇ ਛੇਦ ਜਾਂ ਫਿਰ ਗੋਲੇ ਜੋ ਨੇ ਉਹ ਬਣੇ ਹੁੰਦੇ ਹਨ। ਇਸੇ ਤਰ੍ਹਾਂ ਹੀ ਰੈੱਡ ਆਂਟ ਜਾਂ ਫਿਰ ਮਕੜੀ, ਸਪਾਈਡਰ ਜਾਂ ਫਿਰ ਬੱਗ ਜੋ ਹੈ ਦੋ ਤਰ੍ਹਾਂ ਦੇ ਦੇਖੋ ਦਿਖਾਏ ਗਏ ਨੇ ਤੁਹਾਨੂੰ। ਜਿਹੜੇ ਇਹ ਕੀਟ ਹਨ ਇਹਨਾਂ ਨੂੰ ਇਹਨਾਂ ਦੇ ਮੂੰਹ ਦੇ ਆਕਾਰ ਦੇ ਹਿਸਾਬ ਨਾਲ ਅਲੱਗ-ਅਲੱਗ ਫੈਮਲੀਜ਼ ਦੇ ਵਿੱਚ, ਅਲੱਗ-ਅਲੱਗ ਗਰੁੱਪਸ ਦੇ ਵਿੱਚ ਜੋ ਹੈ ਉਹ ਵੰਡਿਆ ਗਿਆ ਹੈ।
ਖੇਤੀਬਾੜੀ ਫਸਲਾਂ ਲਈ ਮਹੱਤਵਪੂਰਨ ਕੁਦਰਤੀ ਦੁਸ਼ਮਣ। ਦੇਖੋ ਬੱਚਿਓ, ਜਿਵੇਂ ਕਿ ਤੁਹਾਨੂੰ ਨੀਚੇ ਦਿਖ ਰਿਹਾ ਹੈ ਇੱਕ ਲੇਡੀ ਬਰਡ ਬੀਟਲ। ਲੇਡੀ ਬਰਡ ਬੀਟਲ ਦੇ ਵਿੱਚ ਦੇਖੋ, ਜੇਕਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਲੇਡੀ ਬਰਡ ਬੀਟਲ ਇੱਕ ਫੀਮੇਲ ਜੋ ਹੈ ਕੀਟ ਹੈ। ਇਸ ਦੀ ਪਹਿਚਾਣ ਇਸ ਦੇ ਸਰੀਰ ਉੱਪਰ ਦਿੱਤੇ ਹੋਏ ਧੱਬਿਆਂ ਤੋਂ ਹੁੰਦੀ ਹੈ। ਜੇਕਰ ਸਰੀਰ ਉੱਪਰ 5 ਤੋਂ ਵੱਧ ਧੱਬੇ ਹੋਣ ਤਾਂ ਫਿਰ ਇਹ ਇੱਕ ਫੀਮੇਲ ਬੀਟਲ ਹੈ, ਪਰ ਜੇਕਰ ਇਹ ਧੱਬੇ 3 ਜਾਂ 4 ਹੋਣ ਤਾਂ ਉਸਨੂੰ ਮੇਲ ਬੀਟਲ ਕਿਹਾ ਜਾਂਦਾ ਹੈ। ਤੇ ਜਿਹੜੀ ਲੇਡੀ ਬਰਡ ਬੀਟਲ ਹੈ ਉਹ ਕਿਸ ਤਰ੍ਹਾਂ ਆਪਣੀ ਸਹਾਇਤਾ ਕਰਦੀ ਹੈ? ਇਹ ਕਪਾਹ ਅਤੇ ਸਰੋਂ ਦੇ ਕੀੜਿਆਂ ਨੂੰ ਖਾਂਦੀ ਹੈ। ਨੈਕਸਟ ਫੋਟੋ ਦੇਖੋ ਬੇਟਾ। ਨੈਕਸਟ ਹੈ ਡਰੈਗਨ ਫਲਾਈ, ਜਿਸ ਨੂੰ ਆਮ ਭਾਸ਼ਾ ਦੇ ਵਿੱਚ ਜਾਂ ਫਿਰ ਛੋਟੇ ਹੁੰਦੇ ਆਪਾਂ ਹੈਲੀਕਾਪਟਰ ਜਾਂ ਜਹਾਜ਼ ਦੇ ਨਾਮ ਤੋਂ ਵੀ ਜਾਣਦੇ ਹਾਂ। ਇਹ ਡਰੈਗਨ ਫਲਾਈ ਚਿੱਟੇ ਮੱਛਰ ਦੇ ਲਾਰਵੇ ਨੂੰ ਖਤਮ ਕਰਦੀ ਹੈ। ਤੇ ਇਹ ਦੋਨੇ ਜਿਹੜੇ ਐਗਜ਼ਾਮਪਲ ਹੈ ਇਹ ਕੁਦਰਤੀ ਦੁਸ਼ਮਣਾਂ ਦੇ ਹੁੰਦੇ ਹੈ, ਜੋ ਕਿ ਆਪਣੀ ਫਸਲ ਦੇ ਲਈ ਲਾਹੇਵੰਦ ਹੈ, ਭਾਵ ਇਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਆਪਣੀ ਫਸਲ ਨੂੰ ਨਹੀਂ ਕਰਦੇ। ਨੈਕਸਟ ਹੈ ਸੁਰੱਖਿਅਤ ਉਤਪਾਦ ਤੋਂ ਕੀ ਭਾਵ ਹੈ? ਸੁਰੱਖਿਅਤ ਉਤਪਾਦ ਉਹ ਹੁੰਦਾ ਹੈ ਬੇਟਾ ਜਿਸ ਵਿੱਚ ਲੀਥਲ ਡੋਜ਼, ਜੋ ਕਿ ਆਪਾਂ ਕੀਟਾਂ ਦੀ ਵਸੋਂ ਘਟਾਉਣ ਲਈ ਵਰਤਦੇ ਹਾਂ ਖੇਤ ਦੇ ਵਿੱਚ, ਉਸ ਦੀ ਮਾਤਰਾ ਜੋ ਹੈ ਉਸਦੇ ਫਰੂਟ ਵਿੱਚ ਜਦੋਂ ਘੱਟ ਆਉਂਦੀ ਹੈ ਤਾਂ ਆਪਾਂ ਉਸ ਨੂੰ ਸੁਰੱਖਿਅਤ ਉਤਪਾਦ ਬੋਲਦੇ ਹਾਂ। ਜਿਵੇਂ ਦੇਖੋ, ਉਹ ਉਤਪਾਦ ਜਾਂ ਜਿਨਸ ਜਿਹੜੇ ਘੱਟ ਤੋਂ ਘੱਟ ਜਾਂ ਨਾ ਮਾਤਰ ਜ਼ਹਿਰਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੇ ਬਿਨਾਂ ਹੋਰ ਸੁਰੱਖਿਅਤ ਤਰੀਕੇ ਵਰਤ ਕੇ ਪੈਦਾ ਕੀਤੇ ਜਾਂਦੇ ਹਨ। ਅਜਿਹੇ ਉਤਪਾਦ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਲਈ ਵੀ ਲਾਹੇਵੰਦ ਹੁੰਦੇ ਹਨ। ਰਸਾਇਣਾਂ ਦੀ ਵਰਤੋਂ ਤੋਂ ਬਿਨਾਂ ਹੋਰ ਤਰੀਕੇ ਕਿਹੜੇ ਹਨ? ਕੁਝ ਸੱਭਿਆਚਾਰਕ ਤਰੀਕੇ, ਜਿਵੇਂ ਫਸਲ ਦੀ ਅਦਲਾ ਬਦਲੀ ਕਰਨਾ, ਫਸਲ ਵਿੱਚ ਫਸਲ ਲਾਉਣਾ, ਕੁਛ ਟਰੈਪ ਫਸਲਾਂ ਦੀ ਵਰਤੋਂ ਕਰਨਾ, ਕੁਛ ਮਸ਼ੀਨੀ ਤਰੀਕੇ ਜਿਵੇਂ ਖੁਰਪੀ, ਦਾਤਰੀ ਆਦਿ ਦੀ ਵਰਤੋਂ ਕਰਕੇ ਜੇਕਰ ਤੁਹਾਨੂੰ ਖੇਤ ਦੇ ਵਿੱਚ ਕੁਛ ਬਿਮਾਰੀ ਵਾਲਾ ਬੂਟਾ ਦਿਖ ਰਿਹਾ ਹੈ ਤਾਂ ਉਸਨੂੰ ਜੜੋਂ ਕੱਢ ਕੇ ਜਲਾ ਦੇਣਾ ਤਾਂ ਕਿ ਕੀਟਾਂ ਦੀ ਵਸੋਂ ਨੂੰ ਘਟਾਇਆ ਜਾ ਸਕੇ। ਤਾਂ ਜੇਕਰ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਜਿਹੜੇ ਉਤਪਾਦ ਪੈਦਾ ਕੀਤੇ ਜਾਂਦੇ ਨੇ ਉਹਨਾਂ ਨੂੰ ਸੁਰੱਖਿਅਤ ਉਤਪਾਦ ਕਿਹਾ ਜਾਂਦਾ ਹੈ, ਅਤੇ ਇਹ ਨਾ ਸਿਰਫ ਜਾਨਵਰਾਂ ਲਈ ਬਲਕਿ ਆਪਣੇ ਮਨੁੱਖੀ ਸਰੀਰ ਲਈ ਵੀ ਫਾਇਦੇਮੰਦ ਹੁੰਦੇ ਹਨ। ਨੈਕਸਟ ਹੈ ਸਬਜ਼ੀਆਂ ਵਿੱਚ ਕੀਟ ਕੰਟਰੋਲ ਲਈ ਪੀਲੇ ਟਰੈਪ ਦੀ ਵਰਤੋਂ ਕਿਵੇਂ ਲਾਹੇਵੰਦ ਹੈ? ਪਿਆਰੇ ਬੱਚਿਓ, ਅਕਸਰ ਤੁਸੀਂ ਖੇਤਾਂ ਵਿੱਚ ਦੇਖਿਆ ਹੋਵੇਗਾ ਕਿ ਜਿਵੇਂ ਫਸਟ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਖੇਤ ਦੇ ਵਿੱਚ ਇੱਕ ਪੀਲੇ ਰੰਗ ਦਾ ਜੋ ਟਰੈਪ ਹੈ ਉਸ ਦੀ ਵਰਤੋਂ ਕੀਤੀ ਗਈ ਹੈ। ਪੀਲੇ ਰੰਗ ਦੀ ਕਿਉਂ ਵਰਤੋਂ ਕੀਤੀ ਗਈ ਹੈ? ਕਿਉਂਕਿ ਪੀਲਾ ਰੰਗ ਇੱਕ ਅਜਿਹਾ ਰੰਗ ਹੈ ਜੋ ਕੀਟਾਂ ਨੂੰ ਆਪਣੇ ਵੱਲ ਉਤਸ਼ਾਹਿਤ ਕਰਦਾ ਹੈ, ਅਤੇ ਇਹ ਜਿਹੜਾ ਆਪਣਾ ਟਰੈਪ ਆਪਾਂ ਟੰਗਦੇ ਹਾਂ ਇਸ ਦੇ ਉੱਪਰ ਗਰੀਸ ਜਾਂ ਫਿਰ ਤੇਲ ਜਾਂ ਫਿਰ ਕੋਈ ਚਿਪਚਿਪਾ ਮਟੀਰੀਅਲ ਜੋ ਹੈ ਉਹ ਲਗਾਇਆ ਜਾਂਦਾ ਹੈ। ਜਦੋਂ ਕੀਟ ਇਸ ਵੱਲ ਉਤਸ਼ਾਹਿਤ ਹੁੰਦੇ ਨੇ ਤਾਂ ਕੀ ਹੈ, ਉਹ ਇਸ ਉੱਪਰ ਹੀ ਚਿਪਕ ਜਾਂਦੇ ਨੇ ਅਤੇ ਆਪਣੀ ਇਸ ਉੱਪਰ ਹੀ ਮਰ ਜਾਂਦੇ ਨੇ। ਜਿਵੇਂ ਕਿ ਤੁਸੀਂ ਦੂਸਰੀ ਫੋਟੋ ਦੇ ਵਿੱਚ ਦੇਖਿਆ ਗਿਆ ਹੈ, ਤੁਸੀਂ ਦੇਖ ਰਹੇ ਹੋ ਕਿ ਜੋ ਪੀਲਾ ਟਰੈਪ ਹੈ ਉਸਨੇ ਸਾਰੇ ਛੋਟੇ ਜੋ ਜਾਨਵਰ ਆਪਣੇ ਖੇਤ ਦੇ ਲਈ, ਚਾਹੇ ਉਹ ਮੱਖੀ ਹੈ, ਮੱਛਰ ਹੈ, ਉਹ ਕੀ ਹੈ ਇਸ ਉੱਪਰ ਚਿਪਕ ਗਏ ਨੇ ਅਤੇ ਇਸ ਨਾਲ ਆਪਣੀ ਜਿਹੜੀ ਫਸਲ ਹੈ ਉਸਨੂੰ ਨੁਕਸਾਨ ਘੱਟ ਹੁੰਦਾ ਹੈ। ਪੀਲੇ ਰੰਗ ਦੇ ਟਰੈਪ ਦੀ ਵਰਤੋਂ ਸਬਜ਼ੀਆਂ ਵਿੱਚ ਫਰੂਟ ਫਲਾਈ ਅਤੇ ਹੋਰ ਉੱਡਣ ਵਾਲੇ ਰਸ ਚੂਸਣ ਵਾਲੇ ਕੀਟਾਂ ਦੇ ਕੰਟਰੋਲ ਲਈ ਕੀਤਾ ਜਾਂਦਾ ਹੈ। ਕੀਟ ਪੀਲੇ ਰੰਗ ਵੱਲ ਆਕਰਸ਼ਿਤ ਹੋ ਕੇ ਟਰੈਪ ਵੱਲ ਆਉਂਦੇ ਨੇ ਅਤੇ ਇਸ ਉੱਪਰ ਲੱਗੇ ਚਿਪਕੇ ਪਦਾਰਥ ਕਾਰਨ ਉੱਡ ਨਹੀਂ ਸਕਦੇ ਅਤੇ ਮਰ ਜਾਂਦੇ ਹਨ। ਪੀਲੇ ਟਰੈਪ ਦੀ ਵਰਤੋਂ ਕੀਟਾਂ ਦੀ ਵਸੋਂ ਨੂੰ ਬਹੁਤ ਹੱਦ ਤੱਕ ਘਟਾ ਦਿੰਦੀ ਹੈ ਅਤੇ ਦੂਜੇ ਪਾਸੇ ਕੀਟ ਕੰਟਰੋਲ ਦਾ ਇਹ ਬਹੁਤ ਸਸਤਾ ਅਤੇ ਵਾਤਾਵਰਣ ਪੱਖੀ ਤਰੀਕਾ ਹੈ, ਭਾਵ ਇਸ ਨਾਲ ਆਪਣੇ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ।
ਨੈਕਸਟ ਹੈ ਕੀਟ ਕੰਟਰੋਲ ਲਈ ਸਬਜ਼ੀਆਂ ਵਿੱਚ ਸੱਭਿਆਚਾਰਕ ਤਰੀਕੇ। ਜਿਵੇਂ ਕਿ ਸ਼ੁਰੂ ਤੋਂ ਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਬੇਟਾ ਕਿ ਸੱਭਿਆਚਾਰਕ ਤਰੀਕੇ ਜੋ ਨੇ ਉਸ ਨਾਲ ਕੀਟਾਂ ਦੀ ਵਸੋਂ ਨੂੰ ਘਟਾਇਆ ਜਾ ਸਕਦਾ ਹੈ। ਅਤੇ ਇਹ ਕੁਝ ਸੱਭਿਆਚਾਰਕ ਤਰੀਕੇ ਕਿਹੜੇ ਹਨ? ਖੇਤ ਦੀ ਸਫਾਈ, ਖੇਤ ਨੂੰ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿੱਤਾ ਜਾਵੇ, ਉਸ ਵਿੱਚ ਜੋ ਵੀ ਡੈਬਰਿਸ ਜਾਂ ਫਿਰ ਪਿਛਲੀ ਫਸਲ ਦਾ ਜੋ ਵੀ ਰੈਜ਼ੀਡਿਊ ਜਾਂ ਫਿਰ ਕਚਰਾ ਹੈ ਉਸ ਨੂੰ ਕੱਢ ਦਿੱਤਾ ਜਾਵੇ, ਕਿਉਂਕਿ ਜਿਹੜੇ ਕੀਟ ਹੈ ਉਹ ਗੰਦਗੀ 'ਤੇ ਪੈਦਾ ਹੁੰਦੇ ਹਨ। ਫਸਲ ਬੀਜ ਦੀ ਤਰੀਕ, ਅਗੇਤੀ ਜਾਂ ਫਿਰ ਪਛੇਤੀ ਫਸਲਾਂ ਦੀ ਬਿਜਾਈ ਨਾਲ ਵੀ ਕੀਟਾਂ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਫਸਲਾਂ ਦੀ ਅਦਲਾ ਬਦਲੀ, ਜਿਵੇਂ ਕਿ ਤੁਸੀਂ ਬੇਟਾ ਫੋਟੋ 'ਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਹਰ ਰੁੱਤ ਵਿੱਚ ਜਿਹੜੀ ਫਸਲ ਹੈ ਜੋ ਸਬਜ਼ੀ ਹੈ ਉਸ ਨੂੰ ਬਦਲ ਕੇ ਬੀਜਿਆ ਜਾ ਸਕਦਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਕ ਜਗ੍ਹਾ ਹੈ ਗਾਜਰ, ਸ਼ਲਗਮ, ਜਿਹਨੂੰ ਰੂਟ ਕ੍ਰੌਪਸ ਕਿਹਾ ਜਾਂਦਾ ਨੇ, ਜਿਹੜੀਆਂ ਕਿ ਧਰਤੀ ਦੇ ਨੀਚੇ ਇੱਕ ਜੜ ਦੇ ਰੂਪ ਵਿੱਚ ਆਪਾਂ ਨੂੰ ਸਬਜ਼ੀਆਂ ਮਿਲਦੀਆਂ ਹੈ। ਉਸ ਨੂੰ ਬਦਲ ਕੇ ਨੈਕਸਟ ਰੁੱਤ ਦੇ ਵਿੱਚ ਕੁਝ ਪਿਆਜ਼ ਜਾਂ ਫਿਰ ਲਸਣ ਲਗਾਉਣਾ। ਨੈਕਸਟ ਰੁੱਤ ਦੇ ਵਿੱਚ ਦੇਖੋ ਬੇਟਾ ਟਮਾਟਰ, ਬ੍ਰਿੰਜਲ ਜਾਂ ਫਿਰ ਸ਼ਿਮਲਾ ਮਿਰਚਾਂ ਦੀ ਖੇਤੀ। ਇਸ ਤਰ੍ਹਾਂ ਤੁਸੀਂ ਵੱਖ-ਵੱਖ ਸਬਜ਼ੀਆਂ ਦੀ ਅਦਲਾ ਬਦਲੀ ਕਰਕੇ ਵੀ ਕੀਟਾਂ ਨੂੰ ਘਟਾ ਸਕਦੇ ਹੋ। ਨੈਕਸਟ ਫੋਟੋ ਜੋ ਤੁਸੀਂ ਦੇਖ ਰਹੇ ਹੋ ਉਹ ਹੈ ਫਸਲ ਵਿੱਚ ਫਸਲ। ਜਿਵੇਂ ਕਿ ਆਸਾਨੀ ਨਾਲ ਦਿਖ ਰਿਹਾ ਹੈ ਬੇਟਾ ਕਿ ਇੱਕ ਜਗ੍ਹਾ 'ਤੇ ਗੋਭੀ ਲੱਗੀ ਹੋਈ ਹੈ ਅਤੇ ਉਸ ਦੇ ਨਾਲ ਗੰਢਿਆਂ ਦੀ ਜੋ ਪਨੀਰੀ ਹੈ ਉਸ ਨੂੰ ਬੀਜਿਆ ਗਿਆ ਹੈ। ਤਾਂ ਇਹ ਕੁਝ ਤਰੀਕੇ ਅਪਣਾ ਕੇ ਤੁਸੀਂ ਕੀਟਾਂ ਅਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਸਬਜ਼ੀਆਂ ਵਿੱਚ ਕੀਟ ਅਤੇ ਬਿਮਾਰੀ ਨੂੰ ਕੰਟਰੋਲ ਕਰਨ ਦੇ ਜੈਵਿਕ ਤਰੀਕਿਆਂ ਫਿਰ ਜੈਵਿਕ ਏਜੰਟਾਂ ਦਾ ਕੀ ਫਾਇਦਾ ਹੁੰਦਾ ਹੈ? ਜਿਵੇਂ ਬੱਚਿਓ ਸ਼ੁਰੂ ਤੋਂ ਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਪਣੀ ਕੁਦਰਤ ਦੇ ਵਿੱਚ ਕੁਝ ਕੁਦਰਤੀ ਦੁਸ਼ਮਣ ਜੋ ਨੇ ਉਹ ਪ੍ਰੈਜ਼ੈਂਟ ਹੁੰਦੇ ਹਨ ਜੋ ਕਿ ਇਹਨਾਂ ਕੀਟਾਂ ਨੂੰ ਖਾ ਜਾਂਦੇ ਨੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਕ ਬੱਗ ਕਿਸ ਤਰ੍ਹਾਂ ਲਾਰਵਿਆਂ ਨੂੰ ਖਾ ਰਿਹਾ ਹੈ ਅਤੇ ਇੱਕ ਸੁੰਡੀ ਉੱਪਰ ਟ੍ਰਾਈਕੋਗ੍ਰਾਮਾ ਜੋ ਹੈ ਉਸਨੇ ਕਿਸ ਤਰ੍ਹਾਂ ਨੀਚੇ ਵਾਲੀ ਫੋਟੋ ਦੇ ਵਿੱਚ ਅਟੈਕ ਕੀਤਾ ਹੋਇਆ ਹੈ। ਸੁੰਡੀ ਦੇ ਉੱਪਰ ਚਿੱਟੇ ਰੰਗ ਦੇ ਜਿਹੜੇ ਤੁਸੀਂ ਆਂਡੇ ਹੈ ਉਹ ਦੇਖ ਰਹੇ ਹੋ, ਉਹ ਕਿ ਟ੍ਰਾਈਕੋਗ੍ਰਾਮਾ ਇੱਕ ਅਜਿਹਾ ਇੱਕ ਏਜੰਟ ਹੈ ਜੋ ਕਿ ਕੁਦਰਤੀ ਦੁਸ਼ਮਣਾਂ ਦਾ ਸਭ ਤੋਂ ਬੈਸਟ ਏਜੰਟ ਮੰਨਿਆ ਜਾਂਦਾ ਹੈ। ਕੀਟਾਂ ਅਤੇ ਬਿਮਾਰੀਆਂ ਦੇ ਜੈਵਿਕ ਕੰਟਰੋਲ ਨਾਲ ਫਸਲ ਦੀ ਗੁਣਵੱਤਾ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਅਤੇ ਫਸਲ ਸਿਹਤਮੰਦ ਪੈਦਾ ਹੁੰਦੀ ਹੈ। ਕੀਟ ਅਤੇ ਬਿਮਾਰੀਆਂ ਦੇ ਕੰਟਰੋਲ ਲਈ ਵਰਤੇ ਜਾਣ ਵਾਲੇ ਜੈਵਿਕ ਏਜੰਟ ਵਾਤਾਵਰਣ 'ਤੇ ਵੀ ਕੋਈ ਬੁਰਾ ਪ੍ਰਭਾਵ ਨਹੀਂ ਪਾਉਂਦੇ। ਇਹਨਾਂ ਨੂੰ ਜੈਵਿਕ ਖਾਦਾਂ ਨਾਲ ਵੀ ਮਿਲਾ ਕੇ ਵਰਤਿਆ ਜਾ ਸਕਦਾ ਹੈ। ਸੰਗਠਿਤ ਕੀਟ ਪ੍ਰਬੰਧਨ ਵਿੱਚ ਕੀਟ ਕੰਟਰੋਲ ਦੇ ਤਰੀਕੇ ਦੇਖੋ ਬੱਚੋ, ਜਿਵੇਂ ਪਿਛਲੇ ਆਪਾਂ ਜਿਹੜੀਆਂ ਸਲਾਈਡ ਹੈ ਉਹਨਾਂ ਵਿੱਚ ਕੁਝ ਸੱਭਿਆਚਾਰਕ ਤਰੀਕੇ, ਜੈਵਿਕ ਤਰੀਕੇ ਪੜ੍ਹ ਚੁੱਕੇ ਹਾਂ। ਮਸ਼ੀਨੀ ਤਰੀਕੇ ਜਿਵੇਂ ਦਾਤਰੀ ਦੀ ਵਰਤੋਂ ਕਰਨਾ ਜਾਂ ਫਿਰ ਕੁਝ ਅਜਿਹੀਆਂ ਮਸ਼ੀਨਾਂ ਹੁੰਦੀਆਂ ਨੇ ਜਿਵੇਂ ਗੁੱਲੀ ਡੰਡਾ ਜਾਂ ਫਿਰ ਜੜੋਂ ਪੱਟ ਕੇ ਸਿੱਟ ਦੇਣਾ, ਜਿਵੇਂ ਆਪਾਂ ਆਪਣੀ ਹੱਥਾਂ ਦੀ ਵਰਤੋਂ ਕਰ ਸਕਦੇ ਹਾਂ। ਤਾਂ ਇਹ ਕੁਝ ਮਸ਼ੀਨੀ ਤਰੀਕੇ ਹੁੰਦੇ ਹਨ। ਤਾਂ ਹੁਣ ਆਪਾਂ ਦੇਖ ਰਹੇ ਹਾਂ ਅੱਗੇ ਕੁਝ ਰਸਾਇਣਿਕ ਤਰੀਕੇ। ਰਸਾਇਣਿਕ ਤਰੀਕਿਆਂ ਦੀ ਵਰਤੋਂ ਸਭ ਤੋਂ ਅਖੀਰ ਵਿੱਚ ਕੀਤੀ ਜਾਂਦੀ ਹੈ। ਜੇਕਰ ਜਿਹੜੀ ਆਪਣੇ ਕੀਟਾਂ ਦੀ ਹੋਂਦ ਹੈ ਉਸ ਨੂੰ ਆਪਾਂ ਨਹੀਂ ਘਟਾ ਸਕਦੇ ਤਾਂ ਅੰਤ ਦੇ ਵਿੱਚ ਆਪਾਂ ਰਸਾਇਣਾਂ ਦੀ ਵਰਤੋਂ ਕਰਾਂਗੇ। ਸੰਗਠਿਤ ਕੀਟ ਪ੍ਰਬੰਧਨ ਵਿੱਚ ਰਸਾਇਣਿਕ ਤਰੀਕਿਆਂ ਨੂੰ ਸਭ ਤੋਂ ਅਖੀਰ ਵਿੱਚ, ਸੌਰੀ ਬੱਚੋ ਇਹ ਸਪੈਲਿੰਗ ਅਖੀਰ ਹੈ, ਅਖੀਰ ਵਿੱਚ ਵਰਤਣ ਦੀ ਤਰਜੀਹ ਕਿਉਂ ਕੀਤੀ ਜਾਂਦੀ ਹੈ? ਰਸਾਇਣਾਂ ਦੀ ਵਰਤੋਂ ਜੋ ਹੈ ਉਹ ਅਖੀਰ ਵਿੱਚ ਕਿਉਂ ਕੀਤੀ ਜਾਂਦੀ ਹੈ? ਰਸਾਇਣਿਕ ਤਰੀਕਾ ਸਭ ਤੋਂ ਮਹਿੰਗਾ, ਸਮਾਜ ਅਤੇ ਵਾਤਾਵਰਣ ਲਈ ਅਸੁਰੱਖਿਅਤ ਤਰੀਕਾ ਹੈ ਅਤੇ ਇਹ ਮਿੱਤਰ ਕੀੜਿਆਂ ਨੂੰ ਵੀ ਖਤਮ ਕਰ ਦਿੰਦਾ ਹੈ। ਇਸ ਲਈ ਇਹਨਾਂ ਨੂੰ ਕੀਟਾਂ ਦੀ ਵਸੋਂ ਹੱਦ ਤੋਂ ਵੱਧ ਜਾਣ 'ਤੇ ਅਖੀਰ ਵਿੱਚ ਹੀ ਵਰਤੋਂ ਕਰਨ ਦੀ ਤਰਜੀਹ ਕੀਤੀ ਜਾਂਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਕੈਮੀਕਲ ਹੈ ਉਹ ਆਪਾਂ ਨੂੰ ਬਾਜ਼ਾਰ ਤੋਂ ਖਰੀਦਣੇ ਪੈਣਗੇ। ਇਹ ਕੁਝ ਮਹਿੰਗੇ ਹੁੰਦੇ ਹਨ ਅਤੇ ਇਸ ਦਾ ਵਾਤਾਵਰਣ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਪਰ ਜੇਕਰ ਆਪਣੇ ਖੇਤ ਵਿੱਚ ਜਿਹੜਾ ਬਿਮਾਰੀ ਹੈ ਜਾਂ ਕੀਟ ਹੈ ਉਸਦਾ ਅਟੈਕ ਜੋ ਹੈ ਉਸਦੇ ਥ੍ਰੈਸ਼ਹੋਲਡ ਲੈਵਲ ਤੋਂ ਬਹੁਤ ਜ਼ਿਆਦਾ ਹੋ ਗਿਆ ਹੈ ਤਾਂ ਫਿਰ ਆਪਾਂ ਕੈਮੀਕਲ ਤਰੀਕਿਆਂ ਦੀ ਵਰਤੋਂ ਕਰਦੇ ਹਾਂ। ਕੁਦਰਤੀ ਦੁਸ਼ਮਣ,
ਕੁਦਰਤੀ ਦੁਸ਼ਮਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ, ਪਹਿਲਾਂ ਹੀ ਦੱਸ ਚੁੱਕੀ ਹਾਂ, ਇਹ 3 ਤਰ੍ਹਾਂ ਦੇ ਹੁੰਦੇ ਹਨ। ਸਭ ਤੋਂ ਪਹਿਲਾਂ ਹੈ ਪ੍ਰੋਪੋਸ਼ੀ ਜਾਂ ਫਿਰ ਪੈਰਾਸਾਈਟ। ਪੈਰਾਸਾਈਟ ਉਹ ਜੀਵ ਹੁੰਦੇ ਹਨ ਜੋ ਕਿ ਇੱਕ ਗੈਸਟ ਦੀ ਤਰ੍ਹਾਂ ਆਉਂਦੇ ਨੇ ਤੇ ਆਪਣੇ ਘਰੇ ਹੀ ਹਮੇਸ਼ਾ ਲਈ ਰਹਿ ਜਾਂਦੇ ਆ। ਠੀਕ ਹੈ ਬੇਟਾ, ਜਿਵੇਂ ਇੱਕ ਪੇਇੰਗ ਗੈਸਟ, ਜਿਵੇਂ ਆਪਾਂ ਕਿਸੇ ਦੇ ਘਰ ਕਿਰਾਏ 'ਤੇ ਜਾਈਏ ਅਤੇ ਆਪਾਂ ਉਸਦੇ ਘਰ ਨੂੰ ਹੀ ਮਤਲਬ ਕਬਜ਼ਾ ਕਰ ਲਈਏ ਕਿ ਅਸੀਂ ਤੇਰੇ ਘਰੇ ਹੀ ਰਵਾਂਗੇ, ਤੇਰੇ ਘਰੇ ਹੀ ਖਾਵਾਂਗੇ ਪੀਵਾਂਗੇ ਅਤੇ ਆਪਣਾ ਪੂਰਾ ਜੀਵਨ ਚੱਕਰ ਤੁਹਾਡੇ ਘਰ ਹੀ ਕੱਟਾਂਗੇ। ਉਸੇ ਤਰ੍ਹਾਂ ਪੈਰਾਸਾਈਟ ਜੀਵ ਜੋ ਹੈ ਉਹ ਕਿਸੇ ਜੀਵ ਉੱਪਰ ਰਹਿੰਦੇ ਨੇ, ਉਸਨੂੰ ਖਾਂਦੇ ਨੇ ਅਤੇ ਉਸਨੂੰ ਹੀ ਖਰਾਬ ਕਰ ਦਿੰਦੇ ਨੇ। ਜਿਵੇਂ ਕਿ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਕਿ ਇੱਕ ਗੋਭੀ ਹੈ, ਗੋਭੀ ਦੇ ਫੁੱਲ ਉੱਪਰ ਇੱਕ ਹਰੇ ਰੰਗ ਦੀ ਜੋ ਸੁੰਡੀ ਹੈ ਉਸ ਦਾ ਅਟੈਕ ਕੀਤਾ ਹੋਇਆ ਹੈ। ਇਹ ਕੀ ਹੈ? ਇੱਕ ਪੈਰਾਸਾਈਟ ਹੈ ਬੇਟਾ, ਜੋ ਸੁੰਡੀ ਹੈ ਜੋ ਕਿ ਬਾਹਰੋਂ ਆ ਕੇ ਇੱਕ ਗੋਭੀ ਦੇ ਉੱਪਰ ਰਹਿ ਰਹੀ ਹੈ, ਉਸ 'ਤੇ ਖਾ ਪੀ ਕੇ ਉਸ ਦੇ ਉੱਪਰ ਹੀ ਅੰਡੇ ਦੇ ਰਹੀ ਹੈ ਅਤੇ ਉਸਦੀ ਜੋ ਸਵਾਦ ਹੈ, ਉਸਦੀ ਗੁਣਵੱਤਾ ਹੈ, ਉਸਨੂੰ ਘਟਾ ਰਹੀ ਹੈ। ਪ੍ਰੋਪੋਸ਼ੀ ਉਹ ਜੀਵ ਹੁੰਦੇ ਹਨ ਜੋ ਕਿਸੇ ਜੀਵ ਜਾਂ ਪੌਦੇ ਸਰੀਰ ਦੇ ਬਾਹਰ ਜਾਂ ਅੰਦਰ ਰਹਿੰਦੇ ਹਨ ਅਤੇ ਉੱਥੇ ਹੀ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਜਿਵੇਂ ਕਿ ਜੂਆਂ ਮਨੁੱਖ ਦੀਆਂ ਬਾਹਰੀ ਪੈਰਾਸਾਈਟ ਹਨ ਅਤੇ ਅਮਰਵੇਲ ਪੌਦਿਆਂ ਦੀ ਬਾਹਰੀ ਪੈਰਾਸਾਈਟ ਹੈ। ਉਦਾਹਰਨ ਦੇ ਤੌਰ 'ਤੇ ਟ੍ਰਾਈਕੋਗ੍ਰਾਮਾ ਜਵਾਹਰ ਦੇ ਤਣੇ ਸ਼ੇਕਦ ਅਤੇ ਗੰਨੇ ਦੇ ਤਣੇ ਸ਼ੇਕਦ ਦਾ ਇੱਕ ਪੈਰਾਸਾਈਟ ਹੈ। ਭਾਵ ਇਹ ਛੇਦ ਕਰਕੇ ਗੰਨੇ ਦੇ ਵਿੱਚ ਜੋ ਤੁਸੀਂ ਦੇਖਦੇ ਹੋ ਨਾ ਲਾਲ ਰੰਗ ਦਾ ਗੰਨਾ ਹੁੰਦਾ, ਮਤਲਬ ਜਦੋਂ ਤੁਸੀਂ ਤੋੜਦੇ ਹੋ ਉਸਦੀ ਤਾਂ ਲਾਲ ਰੰਗ ਦਾ ਹੁੰਦਾ, ਉਹ ਇੱਕ ਪੈਰਾਸਾਈਟ ਦਾ ਅਟੈਕ ਹੁੰਦਾ ਹੈ। ਨੈਕਸਟ ਕੁਦਰਤੀ ਦੁਸ਼ਮਣ ਹੈ ਸ਼ਿਕਾਰੀ ਜੀਵ ਅਤੇ ਪ੍ਰੀਡੇਟਰ। ਇਹ ਕੁਝ ਅਜਿਹੇ ਪੰਛੀ ਵੀ ਹੋ ਸਕਦੇ ਨੇ, ਜਿਵੇਂ ਕਿ ਤੁਸੀਂ ਆਮ ਤੌਰ 'ਤੇ ਦੇਖਿਆ ਹੋਊਗਾ ਕਿ ਜਦੋਂ ਗਰਮੀ ਦੇ ਵਿੱਚ ਖੇਤ ਦੀ ਬਿਜਾਈ ਕੀਤੀ ਜਾਂਦੀ ਹੈ ਜਾਂ ਫਿਰ ਖੇਤ ਨੂੰ ਵਾਹਿਆ ਜਾਂਦਾ ਹੈ ਤਾਂ ਕੁਝ ਬਗਲੇ ਜਾਂ ਫਿਰ ਕਾਲੀ ਮੈਨਾ ਜੋ ਹੈ ਉਹ ਖੇਤ ਨੂੰ ਪਿੱਛੋਂ ਚੁਗਦੇ ਰਹਿੰਦੇ ਨੇ, ਉਸ ਦੇ ਵਿੱਚੋਂ ਕੁਝ ਜੋ ਆਪਣੇ ਕੀਟ ਹੈ ਉਹਨਾਂ ਨੂੰ ਚੁਗ ਕੇ ਉਹ ਖਾ ਜਾਂਦੇ ਨੇ ਅਤੇ ਉਹ ਕੀ ਹੈ? ਇੱਕ ਪ੍ਰੀਡੇਟਰ ਹੈ। ਜਾਂ ਫਿਰ ਇੱਕ ਸ਼ਿਕਾਰੀ ਜੀਵ, ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖਿਆ ਹੈ ਕਿ ਇੱਕ ਗਾਰਡਨ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਰਾਬ ਕਰਦਾ ਹੈ ਇੱਕ ਚੂਹਾ, ਤਾਂ ਇਹ ਵੀ ਇੱਕ ਪ੍ਰੀਡੇਟਰ ਹੈ। ਇਹ ਇੱਕ ਅਜਿਹਾ ਆਜ਼ਾਦ ਘੁੰਮਣ ਵਾਲਾ ਜੀਵ ਹੈ ਜੋ ਆਪਣੇ ਸ਼ਿਕਾਰ ਨੂੰ ਤੁਰੰਤ ਮਾਰ ਦਿੰਦਾ ਹੈ, ਜਿਵੇਂ ਕਿ ਲੇਡੀਬਰਡ ਬੀਟਲ, ਮੱਕੜੀ, ਮੈਨਾ, ਬਗਲਾ, ਚੱਕੀ ਰਾਹਾ ਆਦਿ। ਕਾਲੀ ਮੈਨਾ ਜੋ ਹੈ ਉਸਦਾ ਇੱਕ ਉਦਾਹਰਨ ਦਿੱਤਾ ਹੈ ਜੋ ਕਿ ਛੋਲਿਆਂ ਦੇ ਖੇਤ ਵਿੱਚ ਛੋਲਿਆਂ ਦੀਆਂ ਟਾਟਾਂ ਵਿੱਚ ਛੇਦ ਕਰਨ ਵਾਲੀ ਸੁੰਡੀ ਦਾ ਸ਼ਿਕਾਰ ਕਰਦੀ ਹੈ ਅਤੇ ਇਹ ਇੱਕ ਕੀ ਹੈ? ਕੁਦਰਤੀ ਦੁਸ਼ਮਣ ਹੈ। ਲਾਸਟ ਹੈ ਬੇਟਾ ਕੁਦਰਤੀ ਦੁਸ਼ਮਣ ਸੂਖਮ ਜੀਵ। ਇਹ ਜਿਹੇ ਛੋਟੇ ਉੱਲੀ ਜਾਂ ਫਿਰ ਬੈਕਟੀਰੀਆ ਜਾਂ ਵਾਇਰਸ ਜਿਨ੍ਹਾਂ ਨੂੰ ਨੰਗੀ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਉਹ ਵੀ ਆਪਣੇ ਜਿਹੜੀਆਂ ਸਬਜ਼ੀਆਂ ਹੈ ਉਸਨੂੰ ਖਰਾਬ ਕਰਦੇ ਨੇ। ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ, ਇੱਕ ਬੈਕਟੀਰੀਅਲ ਅਤੇ ਇੱਕ ਫੰਗਲ, ਕਿਸ ਤਰ੍ਹਾਂ ਜੋ ਆਪਣਾ ਫਰੂਟ ਹੈ ਉਹ ਖਰਾਬ ਹੋ ਚੁੱਕਿਆ ਹੈ, ਗਲ ਚੁੱਕਿਆ ਹੈ। ਸੂਖਮ ਜੀਵ ਜਿਵੇਂ ਬੈਕਟੀਰੀਆ, ਉੱਲੀ, ਵਾਇਰਸ ਆਦਿ ਵੀ ਕੀੜਿਆਂ ਵਿੱਚ ਬਿਮਾਰੀਆਂ ਪੈਦਾ ਕਰਕੇ ਉਹਨਾਂ ਨੂੰ ਖਤਮ ਕਰਦੇ ਹਨ। ਉਦਾਹਰਨ ਦੇ ਤੌਰ 'ਤੇ ਇੱਕ ਬੀਟੀ ਕਾਟਨ ਦਾ ਬੈਸਿਲਸ ਥਿਊਰਿਨਜੈਨਿਸਿਸ, ਇੱਕ ਬੀਟੀ ਨਰਮਾ ਜੋ ਹੈ, ਬੀਟੀ ਕਪਾਹ ਹੈ, ਉਹ ਬਣਾਈ ਗਈ ਹੈ। ਇਹ ਕੀ ਕਰਦੀ ਹੈ? ਇਹ ਕਪਾਹ ਦੀਆਂ ਸੁੰਡੀਆਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਟ੍ਰਾਈਕੋਗ੍ਰਾਮਾ ਨਾਮ ਦੀ ਉੱਲੀ ਮਿੱਟੀ ਦੇ ਬੀਜ ਤੋਂ ਪੈਦਾ ਹੋਣ ਵਾਲੇ ਰੋਗਜਨਕ ਕੀਟਾਣੂਆਂ ਅਤੇ ਹਾਨੀਕਾਰਕ ਉੱਲੀਆਂ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। ਲਾਸਟ ਸਲਾਈਡ ਹੈ ਬੇਟਾ ਕੀਟਾਂ ਦੇ ਕੁਦਰਤੀ ਦੁਸ਼ਮਣਾਂ ਦੇ ਕੀ ਫਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਹੈ ਪ੍ਰਕਿਰਤਿਕ ਤੌਰ 'ਤੇ ਇਹ ਬਹੁਤ ਸੁਰੱਖਿਅਤ ਹੁੰਦੇ ਹਨ, ਇਸ ਦਾ ਆਪਣੇ ਵਾਤਾਵਰਣ 'ਤੇ ਕੋਈ ਨੁਕਸਾਨ ਨਹੀਂ ਪੈਂਦਾ। ਇੱਕ ਵਾਰੀ ਸ਼ੁਰੂ ਕਰਨ ਤੋਂ ਬਾਅਦ ਇਹ ਬਹੁਤ ਸਸਤੇ ਪੈਂਦੇ ਹਨ, ਭਾਵ ਕਿ ਇਹਨਾਂ ਦੀ ਇਨੀਸ਼ੀਅਲ ਕਾਸਟ ਹੀ ਥੋੜ੍ਹੀ ਜਿਹੀ ਹੁੰਦੀ ਹੈ ਜਦੋਂ ਆਪਾਂ ਇਹਨਾਂ ਨੂੰ ਮਾਰਕੀਟ ਵਿੱਚੋਂ ਖਰੀਦਣਾ ਹੈ। ਬਹੁਤ ਸਾਰੇ ਜੋ